सतनाम श्री वाहिगुरु साहिब जीओ। हथ त्वं पाद मरहटा छंद। जो पहले उत्पत ईश की, वही जीव की जानो। वाके शुद्ध सतो गुण, जाके राज तम अधिक बखानो। जो पहले उत्पत ईश की। वाहिगुरु जी का खालसा, वाहिगुरु जी की फतेह। आपां अध्यात्म प्रकाश, जिस विच आत्म विद्या का ज्ञान है, ब्रह्म विद्या का प्रकाश हुंदा है, वो ग्रंथ की विचार कर रहे हैं। ते कल आपां शाम वेद का जिहड़ा तत्त पढ़िया, भाव ईश्वर की तिने देहां बारे ते उसका होर जिहड़ा विस्तार ग्रंथ के राही सरवण कीता, पढ़िया, विचारिया। तीन देहां दसियां ईश्वर दियां, उहदा विस्तार कित्थों तक है, उस ईश्वर की माया का विस्तार कित्थों तक है, वो आपां कल पढ़िया सी। अज शाम वेद का जिहड़ा दूसरा पद त्वम पद, भाव जो जीव का वाचक है, ਉਹਦੇ बारे नंबरवार विचार रहे हैं। सो आओ ਆਪਾਂ ਇਹਦੀ विचार करिए। जो पहल आथ त्वं आद, सिख आथ कहीए हुण तू त्वं पद का जिहड़ा वाच अर्थ जीव आ, उसका तैनूं कथन करके दसदे आ, सुन। मरहटा छंद। जो पहले उत्पत ईश की। जो पहला, जो कई जिहड़ी पहली ईश्वर दी उत्पत्ति कहना कीती है, जां जिवें पहला उत्पत्ति ईश्वर दी होई है, वही जीव की जानो। वही उसे तरह जीव की उत्पत्ति जानना करो। भाव कि जिवें ईश्वर की कारण देही, सूक्ष्म देही, स्थूल देही होई आ, उस तरह ईश्वर दीयां तीन देहां होईयां। उधर जिहड़ा है कारण माया नाम दिता है, इधर कारण आत्मा जां कारण देही नाम ईश्वर की पहली देह का है। अगे पढ़ रहे हैं। वाके शुद्ध सतो गुण, कहते इतना क भेद आ सिख। वाके उस ईश्वर दे विच शुद्ध सतगुण की अधिकता सी, अधिकता है। या के राजतम अधिक बखानो, ते या कह कहिए इस जीव दे अंदर जिहड़ी आ रजो ते तमो गुण की अधिकता बखानो कथन करके तेनों कही है। ते इस तरह रजो ते तमो गुण की अधिकता जीव विच आ, ते शुद्ध सतो गुण जिहड़ा है वो ईश्वर विच आ। सतो गुण भी दो हुंदे, एक शुद्ध सतो गुण, एक मलीन सतो गुण। शुद्ध सतो गुण ते जिथे ज्ञान ही ज्ञान है, सरबग गुणा है। सतो गुण वो जिथे वड्डियाई आदि की भुख है, पर चंगे गुण है जिथे चंगे गुणा की अधिकता ते जिवें सेवा करनी, सिमरन करना, पर अंदर वड्याई की भुख रखनी, ये मलीन सतोगुण। शुद्ध सतोगुण सेवा सिमरन भगती आदि सब करी जाना, पर किस चीज़ की इच्छा न रखनी।
ਤੇ ਸਰਬੱਗ ਗੁਣਾ ਗਿਆਤੇ ਹੋਣਾ, ਗਿਆਨੀ ਹੋਣਾ। ਇਸੇ ਤਰ੍ਹਾਂ ਈਸ਼ਵਰ ਵਾਕ ਕੇ ਸ਼ੁੱਧ ਸਤੋ ਗੁਣ, ਉਹਦੇ ਵਿੱਚ ਸ਼ੁੱਧ ਸਤੋ ਗੁਣ ਹੈ, ਜਾਂ ਕਿ ਇਸ ਜੀਵ ਦੇ ਜਿਹੜਾ ਵਿੱਚ ਰਜੋ ਗੁਣ ਤੇ ਤਮੋ ਗੁਣ ਦੀ ਅਧਿਕ ਦਾ ਕਥਨ ਕਰਦੇ ਹਨ। ਸਿੱਖਿਓ ਵਾਚ ਸਤ ਰਾਜ ਤਮ ਇਹ ਤੀਨੋ ਗੁਣ, ਹੇ ਗੁਰੂ ਜੀ ਸਤੋ ਗੁਣ, ਰਜੋ ਗੁਣ, ਤਮੋ ਗੁਣ, ਇਹ ਜਿਹੜੇ ਤਿੰਨੋਂ ਗੁਣ ਹਨ ਮਾਇਆ ਤੇ ਕਹਿ ਆਏ। ਇਹ ਤੁਸੀਂ ਮਾਇਆ ਤੋਂ ਜਿਹੜੇ ਪੈਦਾ ਹੋਏ ਪਿਛੇ ਕਹਿ ਆਏ ਹੋ, ਆਖ ਆਏ। ਇੱਥੇ ਕਹਿ ਆਏ ਪਾਠ ਆਖ ਆਏ ਅਰਥ ਕਰਨਾ, ਇਹ ਨਹੀਂ ਕਹਿਣਾ ਮਾਇਆ ਤੋਂ ਕਿੱਥੋਂ ਆਏ। ਕਿਉਂ? ਕਿਉਂਕਿ ਉਹਦੇ ਪਿਛੇ ਕਹਿ ਹੀ ਆਏ। ਜਿਹੜੀ ਬ੍ਰਹਮ ਅਖੰਡ ਬ੍ਰਹਮ ਨੂੰ ਇੱਛਾ ਹੋਈ ਆ ਉਹਦਾ ਨਾਮ ਹੀ ਮਾਇਆ ਹੈ। ਮਾਇਆ ਦਾ ਵਿੱਚ ਜਿਹੜਾ ਪ੍ਰਤੀਬਿੰਬ ਬ੍ਰਹਮ ਦਾ ਪਿਆ ਹੈ ਉਥੋਂ ਤਿੰਨ ਗੁਣ ਪੈਦਾ ਹੋਏ, ਤੇ ਤਿੰਨ ਗੁਣਾਂ ਤੋਂ ਜਿਹਦੇ ਵਿੱਚ ਉਹ ਦੋ ਹਿੱਸੇ ਹੋ ਗਏ ਆ ਗੁਣਾਂ ਦੇ। ਮਾਇਆ ਦੇ ਪ੍ਰਤੀਬਿੰਬ ਦਾ ਇੱਕ ਪਾਸੇ ਤਿੰਨ ਗੁਣ ਹੋ ਗਏ ਆ, ਤੇ ਤਿੰਨ ਗੁਣਾਂ ਨੂੰ ਦੋ ਹਿੱਸਿਆਂ 'ਚ ਕਰ ਲਿਆ, ਜਿਹਦੇ ਵਿੱਚ ਸ਼ੁੱਧ ਸਤੋ ਗੁਣ ਆ ਤੇ ਮਾਇਆ ਦੇ ਬ੍ਰਹਮ ਦਾ ਪ੍ਰਤੀਬਿੰਬ ਈਸ਼ ਆ, ਜਿਹਦੇ ਵਿੱਚ ਰਜੋਗ ਤੇ ਤਮੋ ਗੁਣ ਹੈ, ਮਾਇਆ ਦੇ ਪ੍ਰਤੀਬਿੰਬ ਆ ਬ੍ਰਹਮ ਦਾ, ਉੱਥੇ ਜਿਹੜਾ ਜੀਵ ਹੈ। ਇਸ ਕਰਕੇ ਇੱਥੇ ਅਰਥ ਨਹੀਂ ਬਣਨਾ ਵੀ ਕਿੱਥੋਂ ਆਏ, ਉਹਦੇ ਦੱਸਿਆ ਪਿਛੇ ਦੱਸ ਹੀ ਦਿੱਤਾ ਵੀ ਮਾਇਆ ਤੋਂ ਆਏ। ਇੱਥੇ ਅਰਥ ਕਰਨਾ ਕਿ ਸਤ ਰਾਜ ਤਾਮ ਇਹ ਤਿੰਨੋਂ ਗੁਣ, ਹੇ ਗੁਰੂ ਜੀ ਸਤੋ ਗੁਣ, ਰਜੋ ਗੁਣ, ਤਮੋ ਗੁਣ, ਇਹ ਜਿਹੜੇ ਤਿੰਨੋਂ ਗੁਣ ਆ ਮਾਇਆ ਤੇ ਕਹਿ ਆਏ। ਤੁਸੀਂ ਪਿੱਛੇ ਮੈਨੂੰ ਸਮਝਾ ਕੇ ਮਾਇਆ ਤੋਂ ਆਖ ਆਏ ਹੋ ਵੀ ਇਹ ਮਾਇਆ ਤੋਂ ਹੋਏ ਆ, ਪਰ ਤਿੰਨ ਕੇ ਲੱਛਣ ਕਿਰਪਾ ਸਿੰਧ, ਹੇ ਕਿਰਪਾ ਦੇ ਸਿੰਧ ਸਮੁੰਦਰ ਗੁਰੂ ਜੀ, ਇਹ ਤਿੰਨਾਂ ਗੁਣਾਂ ਦੇ ਜਿਹੜੇ ਲੱਛਣ ਆ ਤੁਮ ਮੋਹੇ ਨਾ ਭਿੰਨ ਸੁਣਾਏ। ਤੁਸਾਂ ਨੇ ਮੋਹੇ ਕਹੀਏ ਮੈਨੂੰ, ਭਿੰਨ ਕਹੀਏ ਵੱਖਰੇ ਵੱਖਰੇ ਕਰਕੇ ਹਜੇ ਨਹੀਂ ਸੁਣਾਏ। ਭਾਵ ਇਹਦਾ ਲੱਛਣ ਨਹੀਂ ਦੱਸੇ ਵੀ ਸਤੋ ਰਜੋ ਤਮੋ ਗੁਣ ਹੁੰਦਾ ਕੀ ਆ, ਉਹ ਵੀ ਗੁਰੂ ਜੀ ਸਾਹਿਬ ਮੈਨੂੰ ਥੋੜ੍ਹਾ ਦੱਸ ਦਿਓ ਵਿਸਥਾਰ ਨਾਲ। ਸ੍ਰੀ ਗੁਰੂ ਵਾਚ ਅੱਗੇ ਸੁਭਾਏ ਮਾਨ ਗੁਰੂ ਜੀ ਆਪਣੇ ਮੁਖ ਤੋਂ ਕਥਨ ਕਰਦੇ ਆ। ਦੋਹਰਾ ਸਕਲ ਵਸਤ ਕੋ ਗਿਆਨ ਔਰ ਸਿੱਖ ਸੁਣ, ਤਿੰਨਾਂ ਗੁਣਾਂ ਦੀ ਜਿਹੜੀ ਹੈ ਵਿਚਾਰ। ਜਦੋਂ ਸਕਲ ਵਸਤ ਸਾਰੀਆਂ ਵਸਤੂਆਂ ਦਾ ਗਿਆਨ ਔਰ ਕਈ ਹਿਰਦੇ ਵਿੱਚ ਹੋ ਜਾਏ, ਬੁੱਧ ਵਿਮਲ ਜਬ ਹੋਏ, ਤੇ ਜਦੋਂ ਕਹੀਏ ਬੁੱਧੀ ਜਿਹੜੀ ਹੈ ਉਹ ਵਿਮਲ ਐ ਉਜਲ ਚਿੱਟੀ ਹੋ ਜਾਏ, ਪਾਪਾਂ ਵਿਕਾਰਾਂ ਦੀ ਮੈਲ ਤੋਂ ਹੋ ਜਾਏ ਨਾ ਰਹਿਤ, ਸਾਰੀਆਂ ਵਸਤੂਆਂ ਦਾ ਹਿਰਦੇ ਵਿੱਚ ਗਿਆਨ ਹੋ ਜਾਏ। ਯਹੀ ਸਤੋ ਗੁਣ ਜਾਣੀਏ, ਯਹੀ ਇਸੇ ਨੂੰ ਹੀ ਸਤੋ ਗੁਣ ਜਾਣੀਏ ਜਾਣਨਾ ਕਰ। ਕਹਿਤ ਸਿਆਣੇ ਲੋਏ, ਸਿਆਣੇ ਸੱਸੇ ਸ਼ਹਿਰੀ ਪਾ ਲੈਣੀ ਇੱਥੇ, ਸਿਆਣੇ ਬੁੱਧੀ ਵਾਲੇ ਵਿਦਵਾਨ ਜਨ ਲੋਕ ਲੋਏ ਕਈ ਲੋਕ ਕਹਿੰਦੇ ਹਨ ਇਸੇ ਨੂੰ ਸਤੋ ਗੁਣ। ਕਿਹਨੂੰ? ਜਦੋਂ ਸਾਰੀਆਂ ਵਸਤੂਆਂ ਦਾ ਹਿਰਦੇ 'ਚ ਗਿਆਨ ਹੋਏ, ਆਪਣੇ ਆਸੇ ਪਾਸੇ ਦਾ, ਦੂਸਰਿਆਂ ਦਾ, ਜਿਸ ਤਰ੍ਹਾਂ ਜਿੱਥੇ ਬੈਠੇ ਆ ਇੱਥੋਂ ਦਾ, ਆਸੇ ਪਾਸੇ ਦਾ, ਦੇਸ਼ਾਂ ਵਿਦੇਸ਼ਾਂ ਦਾ, ਆਚਾਰ ਛਫੇਰ ਦਾ ਜਿਹੜਾ ਗਿਆਨ ਹੋ ਜਾਣਾ ਨਾ ਹਿਰਦੇ ਵਿੱਚ, ਸਾਰੀਆਂ ਵਸਤੂਆਂ ਦਾ, ਕਿਸੇ ਵੀ ਵਸਤੂ ਦਾ ਲਾ ਲਓ। ਹਜੇ ਸਾਨੂੰ ਕਿਸੇ ਵਸਤੂ ਦਾ ਗਿਆਨ ਆ, ਕਿਸੇ ਦਾ ਨਹੀਂ, ਕਿਸੇ ਚੀਜ਼ ਬਾਰੇ ਸਾਨੂੰ ਪਤਾ, ਕਿਸੇ ਬਾਰੇ ਨਹੀਂ ਪਤਾ, ਪਰ ਈਸ਼ਵਰ 'ਚ ਕੀ ਆ? ਸ਼ੁੱਧ ਸਤੋ ਗੁਣ ਹੈ। ਭਾਵ ਉਹ ਸਰਬਾਗਿਆ, ਸਾਰੀਆਂ ਕਲਾਂ ਦਾ ਗਿਆਤਾ, ਆਪਣੇ ਆਪ ਨੂੰ ਵੀ ਉਹ ਭੁੱਲਿਆ ਨਹੀਂ, ਮਾਇਆ ਨੂੰ ਖਿੱਚ ਕੇ ਕੀਤਾ ਹੋਇਆ। ਇਸ ਤਰ੍ਹਾਂ ਉਹ ਸ਼ੁੱਧ ਸਤੋ ਗੁਣ ਦਾ ਮਾਲਕ ਹੈ। ਸਾਰੇ ਵਸਤੂਆਂ ਦਾ ਜਿਹੜਾ ਹਿਰਦੇ 'ਚ ਗਿਆਨ ਹੋ ਜਾਣਾ, ਤੇ ਜਦੋਂ ਬੁੱਧੀ ਜਿਹੜੀ ਆ ਉਜਲ ਹੋ ਜਾਣੀ, ਜਿਹੜੀ ਬੁੱਧੀ ਵਿੱਚ ਨੇਕ ਚੰਗੇ ਗੁਣ ਆ, ਸਤ ਸੰਤੋਖ ਦਇਆ ਧਰਮ, ਉਹ ਉਜਲ ਬੁੱਧੀ ਆ। ਹਾਂਜੀ, ਚਿਤ ਸ਼ਾਂਤੀ ਖੇਮਾ, ਤੇ ਜਿਹਦੇ ਵਿੱਚ ਨਾ ਬੇਚੈਨੀ, ਨਾ ਕਦੇ ਧਰਮ ਹੈਗਾ, ਅਧਰਮ ਹੀ ਫੈਲਿਆ ਹੋਇਆ,
दया नहीं हैगी, क्रूरपुणा, वो मलीन बुद्धि। इस तरह जो बुद्धि उजल हो जाए उसे नूं सतोगुण जानना करो। सियाणे लोग ये सिख कहते हैं। दोहरा लोभ लिए व्यवहार जो, ते जेड़ा जो कहिए जेड़ा विहार लैन देन वास्ते करना लोभ करके, लोभ लिए का अर्थ वास्ते करना है। लोभ वास्ते जो भी विहार लैन देन करना ना, अज किनू देवांगे कल लै लांगे, ते किसे अगे मत्था च टेक देना, झुक जाना कि साडी किते विगड़ तिगड़ ना जाए। लोभ वास्ते झुकिया, प्रेम बनया रवे, कदे नाराजी ना हो जाए। इनू 2000 रुपया दे दो, अपने काम आऊगा। इस तरह जो भी व्यवहार लोभ लिए, लोभ वास्ते करना है, सो रजगुण पहचान, उसनू तू रजोगुण पहचान लेना कर। ये राजसी सुभाव है, लालची सुभाव जिहड़ा रजोगुण है। आलस है, निंदरा, विकलता, फिर जिहड़ा आलस होना, दलिद्रता, ढीठपुणा, इधरों आए डिग पे, इधरों आए डिग पे, आलस कल कर लांगे, हुण नहीं जी करदा। ये जिहड़ा आलस है ना, ते निंदरा, नींद बहुती आ जानी, बड़ी बार बार नींद आनी। विकलता, फिर बेचैनी रहनी। व्याकुलता, घबराहट जी बनी होनी, दब दब कर लीए, फिर पता नहीं की हो जाना, वो कर लिया, वो भी कर लीए, बेचैनी रहनी, भी सूजे पे रहने। मोह तमो गुण जान, फिर मोह वाली बिरती रहनी, बैठा बिठाया पुरानियां गल्लां याद कर करके मोह खिड़ी जाना, चेते आई जाना कुछ। ये जिहड़ी मोह वाली हालत आ, तमो गुण जान, इसनूं तू तमो गुण जान ला। तू पुछया ना भी सत राज तामे तीनों गुण माया ते कह आए, तेन के लक्षण कृपा सिंध तुम मोहे ना भिन्न सुना। मैनूं वखरे करके नहीं सुनाए, आ सुन ला, आ ही लक्षण इन्हां दे। ते इनू तमो गुण पछाण ला, जिहदे च आलस, निंदरा ते व्याकुलता, बेचैनी है। इनू तमो गुण कहते। सीधा जिहा तुहानूं दस दईए भी जिहड़ी तिन्नां गुणां दी माया है, भाव जिहड़ी सूखम माया, रजोगुण, सतोगुण, तमोगुण, ये की लक्षण होंदे। सतोगुण वो हुंदा वा जिहदे विच सत, जत, जती रहना, सच बोलना, संजमी रहना, नेमी रहना, संतोखी, दया करनी, निमरता रखनी, किसी ने गल कर दी सहनशीलता रखनी, दूजियां दा भला करना, दिन दिहाड़े पुण्य करने, रोज दान करना, खेमा करनी, जे किसी ने गल विचार कर दी, आप तो छोटे ने उन्होंने भी जड़ा है सहार लेना। ये सतो गुण है। ते रजोगुण च की होंदियां आसा लगियां लंबियां लंबियां, ये आस लाई रखनी, मुंडा अज पढ़ावांगे कल वड्डा क्या करूगा, अभिलाषा इच्छा रखनी, तरह तरह की इच्छा फुरनियां, महाराज आ कर दियो, जे कर दियो, तरिसना माया दी, खाण दी, संशय बने रहने, भरम पे रहने, सहमे रहना, डर बनया रहना, फुरने फुरी जाने, गृहस्थ च डुबे रहना, चिंता रहनी, फिक्र रहनी। ये जो ये बिरतियां तुहाडे हो रही हैं, मान लो तुसीं रजोगुणी। संतोखी, दया, निमरता वाले, परोपकारी समझ लो सतोगुणी बिरती हो गई, उसकी अदकता हो गई। ते तमोगुण विच की आ काम, जो कामी हो गए, क्रोधी, लोभी, मोह, हंकार, निंदा, चुगली, ईर्खा, वैर, विरोध, नफरत,
दुविधा दवैत, आ करिए कि ना करिए, इधर जाइए कि ना जाइए। ये समझ लो जो यहो जी कला वरतन डी तमो गुणी बिरती हो गई। ये सूख माया, एक दे माया ना प्रतख, पैसा धेला इस्तरी आदि के, ये सूखम माया जी अंदर अंदर वरतदी दिखती नहीं आ, पर सताउंदी ज्यादा ही है। इन्हें सूखम माया कहते, त्रै गुण माया या सूखम माया कहते हैं। सतोगुण, रजोगुण, तमोगुण। ये आप ग्रंथ मुताबक भी विचार कर लीए तो जिन्नी कमादड़ नूं पता है भी किहड़े सतोगुण च रजोगुण तमोगुण च किहड़े गुण आउंदे, वो भी आप जी नाल सांझे कर लए। अगे सवैया सच दा आनंद स्वरूप अखंड, जो सच चित ते आनंद स्वरूप है अते अखंड, जेड़ा टोटे टोटे नहीं कदी हुंदा, भाव अखंड नास तो रहत एक रस, सो आप तमो गुण ते विसरायो। सो कहिए ओ आप अपना रूप, भाव जीव का जो वास्तव रूप सी, ओ तमो गुण की अधिकता करके माया भुला देता है। समझ आएगी नहीं यदि सच दा आनंद, सदा सच दा आनंद, ये जिहड़ा सत चेतन आनंद स्वरूप अखंड एक रस सी ना जीव दा, सो आप ओ जीव दा अपना स्वरूप, अखंड सत चेतन आनंद स्वरूप, ये जीव का वास्तव रूप आ। ये साडा जिहड़ा आत्म स्वरूप है सत चेतन आनंद ते अखंड आ, कदी नाश ना होने वाला। पर तमो गुण ते विसरायो, माया का जिहड़ा तीसरा गुण तमो गुण आ, अज्ञान ही जितो अज्ञान ही अज्ञान, वो तमो गुण की अधिकता करके इस जीव ने अपना स्वरूप जिहड़ा है विसरायो भुला दिता है। एक ते जीव अनेक बनायक है, जिस करके माया का प्रभाव पै गया। ते माया ने की कीता, एक जिहड़ा अद्विती परमात्मा उतों ही अनेकां जीव बना देते, अनेकां जीव बना के माया की ओ अपनो मन भायो। माया ने की कीता, माया की ओ माया ने अपना मन भाउंदा जिहड़ा कारज कीता। एक जीव ते नेक, एक जीव किया अपने स्वरूप नूं इन्हें भुला दिता। समझ गए कि नहीं। सो आप तमो गुण, सो आप सच दा आनंद रूप ते जीव आप सी, तमो गुण की अधिकता करके इन्हें अपना स्वरूप भुला दिता। ते एक जीव तो ही फिर माया ने प्रभाव पा के अपना एक जीव तो नेका जीव बना देते, क्योंकि अपने स्वरूप नूं भुल गया। ये तो इहदा जोर चल गया, नहीं तो माया का जोर चल जाता तो ईश्वर भी बेनती बना देंदी, पर ईश्वर ने अपना आप भुलाया ते सगों माया ने अपने वस किया, ते जीव ने अपना भी भुला दिता, माया वस नहीं कर सकी। माया ने तो फायदा ले लिया। एक तो अर्थ यह बनता ना भी एक ब्रह्म तो भाव की सत्ता पा के अनेका जीव बना देते, ते माया कीओ अपनो मन पायो, माया ने अपना मन भाउंदा कारज किया। यह भी इदा भी अर्थ बन जाता सही, पर इत्थे प्रकरण मुताबक इवें लाउणा कि जीव ने अपना तमो गुण की अधिकता करके स्वरूप ला दिता है, जिस करके एक तो फिर उन्हें अपना जोर चला के अनेका जीव बना देते। बना करके माया ने अपना मन भाउंदा कारज किया, पर जीव का जो करता सी जिवें चंगा लगता सी उस तरह किया। जिवें कोई बंदा वा वो अपने सही मार्ग नूं भुल जाए तो वह फायदा चुकण वाले कई हुंदे।
एक मनुख वही जो बड़ा बड़ा मुरादबा पा के बड़े बड़े स्थानों से पहुंचे हुए, ये कोई बंदा जिन्हों देखते हैं भी ये कलाकारा वा ते पले कख नहीं, ਉਹਦਾ लोग फायदा लैके दुध को घर दे माड़े चंगे काम करा लेंदे। इसे तरह क्योंकि वह जिहड़ा घर दा काम करने वाला बंदा जीव आ, वो भुल चुका वा भी लोग किन्नी तरक्की च आ ते मैनूं भी उत्थे तरक्की करनी कुछ ना कुछ करना चाहिए। उन्हें ढेरी ढा दी ते वो जिहड़े ताकतवर उन्हां दे वस हो गया। इस तरह जीव ने अपना स्वरूप भुला दिता, अखंड सच चेतन आनंद स्वरूप अखंड स्वरूप कादे करके तमो गुण की अदगता करके ते एक जीव तो ही माया ने अपना पसारा प्रसार के नेका बना देते, अपना मन भाउंदा कारज किया, अपनी मन आई की फायदा चुकया है। कारण देह अविद्या यह है, सो अविद्या जिहड़ी आ जीव दे अंदर जिहड़ी अविद्या ना भी अपना तमो गुण करके स्वरूप ला दिता वा, ये है अविद्या। वो अविद्या जिहड़ी आ जीव दी कारण देही आ। ओड़ी अविद्या ना ये जीव दा जिहड़े देहां दा कारण आ। कारण देही दा अर्थ की हुंदा वा, जिहड़ी देही कर जिहड़ी देही कर जिहड़ी दूजियां देहियां दा कारण है, तां ना दा कारण रखिया कारण देह अविद्या यह है। जिहड़ी अविद्या है बेसमझी है जीव दी, तमो गुण करके अपने स्वरूप भुलना, ये विद्या ही कारण देही है जां कारण आत्मा जीव दी कहा जाता है। और वाही को नाम अज्ञान कहायो, अते उसे विद्या का नाम ही विद्वाना ने अज्ञान कथन किया है। कारण देही क्या लिखा ना, कारण दे अविद्या यह है, जिहड़ी अविद्या है यही जीव की कारण देही आ, भाव कारण देही विद्या ज्ञान एक तिना का नाम एक ही समझो। अज्ञान कह लो, अज्ञान करके ही देही बनी है ना, अविद्या करके बेसमझी करके अपने स्वरूप भुलने करके कारण देही बनी। सो तिने कारण हाँ, ये अविद्या कह लो, अज्ञान कह लो, कारण दे कह लो। ते कारण दे बारे टिप्पण लिखी आ, वो इस प्रकार आ कि सो आप पूरा कर ही लेने फिर पढ़। सूक्ष्म स्थूल पाद को मूल यह है, कवि सुखदेव निर्मले महापुरुष कहते हैं कथन करते सूक्ष्म देही, सूक्ष्म देही या सूक्ष्म शरीर स्थूल शरीर दी जड़ियां उपाधियां दा मूल मुढ़ यह ये अविद्या अज्ञान कारण देही ही है। प्रतिकूल सुखानंद गायो, इस दे जड़ा प्रतिकूल उल्टिया वो है सुख अते आनंद स्वरूप कह के गाया जाता है। सूक्ष्म स्थूल, सूक्ष्म ते स्थूल उपाधि का मूल कारण विद्या दे ही है, ते प्रतिकूल इस ते जड़ा उल्टिया वो सुख ते आनंद स्वरूप कह के गाया जाता। वो की है आत्मा। अज्ञान का उल्ट की है ज्ञान, अविद्या तो उल्ट की है विद्या, ब्रह्म विद्या आत्म विद्या। ये जड़ी कारण देही करके ही है, ये दोवां जड़ियां सूक्ष्म स्थूल देहियां ना उन्हां दा मुढ़ है। भाव एक जिवें हुण मिट्टी दा मिट्टी है ते घड़े दा कारण की है मिट्टी,
ਘੜਾ ਦੇ ਕਾਰਜ ਆ, ਸੂਖਮ ਸਥੂਲ ਦੇ ਜਿਹੜੀ ਇਹ ਕਾਰਜ ਆ, ਤੇ ਇਹਦਾ ਕਾਰਨ ਕੀ ਆ? ਉਹ ਵਿਦਿਆ ਹੀ। ਵਿਦਿਆ ਨਾ ਹੁੰਦੀ ਨਾ ਸੂਖਮ ਤੇ ਬਣਨੀ ਸੀ, ਨਾ ਸਥੂਲ ਬਣਨੀ ਸੀ। ਮਾਇਆ ਨਾ ਹੁੰਦੀ, ਜੀਵ ਈਸ਼ਵਰ ਦਾ ਹਿਰਨ ਗਰਭ ਸਰੀਰ ਨਹੀਂ ਸੀ ਬਣਨਾ, ਜੇ ਕਾਰਨ ਮਾਇਆ ਨਾ ਹੁੰਦੀ। ਕਾਰਨ ਦੇਹੀ ਜੀਵ ਦੀ ਨਾ ਹੁੰਦੀ, ਅਵਿਦਿਆ ਅਗਿਆਨ ਨਾ ਹੁੰਦਾ, ਇਹ ਦੋ ਦੇਹੀਆਂ ਬਣਨੀਆਂ ਹੀ ਨਹੀਂ ਸੀ। ਇਹਦਾ ਕਾਰਨ ਹੀ ਇਹ। ਤੇ ਕਾਰਨ ਦੇਹੀ ਦਾ ਕੀ ਮਤਲਬ ਆ? ਅਗਿਆਨ ਜਿਹੜਾ ਵਾ, ਅਗਿਆਨ ਸੂਖਮ ਸਥੂਲ ਦੇਹ ਕਾ ਹੇਤੂ ਹੈ। ਅਗਿਆਨ ਕਹਿ ਲਓ, ਅਵਿਦਿਆ ਕਹਿ ਲਓ, ਕਾਰਨ ਦੇਹੀ। ਇਹ ਜਿਹੜੀ ਆ, ਜਿਹਦਾ ਕਾਰਨ ਦੇ ਨਾਮ ਕੋ ਪਿਆ ਵੀ ਦੱਸਦੇ ਆ। ਜਿਹੜਾ ਕਹਿੰਦੇ ਅਗਿਆਨ ਆ ਜਾਂ ਅਵਿਦਿਆ, ਇਹ ਸੂਖਮ ਤੇ ਸਥੂਲ ਦੇਹ ਦਾ ਹੇਤੂ ਕਾਰਨ ਭਾਵੇਂ ਇਹਨਾਂ ਦੇ ਕਾਰਨ ਹੈ। ਸੂਖਮ ਸਥੂਲ ਸਰੀਰ ਤਾਂ ਹੀ ਹੁੰਦਾ ਗਿਆਨ ਕਰਕੇ, ਇਸੇ ਕਰਕੇ ਇਹਨੂੰ ਕਾਰਨ ਕਹਿੰਦੇ। ਹਾਂਜੀ, ਕਾਰਨ ਕੀ ਹੈ? ਸੂਖਮ ਤੇ ਸਥੂਲ ਦਾ ਕਾਰਨ ਹੈ ਨਾ, ਪੈਦਾ ਕਰਦਾ, ਤਾਂ ਇਹਦਾ ਨਾਮ ਕਾਰਨ ਹੈ। ਤੇ ਦੇਹ ਨੂੰ ਕਿਉਂ ਕਹਿੰਦੇ? ਜੇ ਤਤ ਗਿਆਨ ਬ੍ਰਹਮ ਗਿਆਨ ਹੋ ਜੇ, ਤੇ ਬ੍ਰਹਮ ਗਿਆਨ ਹੋ ਜੇ, ਤਤ ਗਿਆਨ ਹੋ ਜੇ, ਤੇ ਉਹਦੇ ਨਾਲ ਕੀ ਆ? ਬ੍ਰਹਮ ਗਿਆਨ ਦੇ ਹੋਣ ਦੇ ਨਾਲ ਅਗਿਆਨ ਨਾਸ ਹੋ ਜਾਂਦਾ, ਅਗਿਆਨ ਦਾ ਖਤਮ ਹੋ ਜਾਂਦਾ ਅਗਿਆਨ। ਇਸ ਕਰਕੇ ਉਹ ਜਿਹੜਾ ਬ੍ਰਹਮ ਗਿਆਨ ਕਰਕੇ ਅਗਿਆਨ ਦਾ ਨਾਸ ਹੋ ਜਾਂਦਾ, ਤਾਂ ਕਰਕੇ ਇਹਦਾ ਨਾਮ ਦੇਹ ਕਹਿੰਦੇ। ਦੇਹੀ ਨਾਮ ਕੀ ਆ? ਜੋ ਅਗਨ ਭੇਟ ਹੋ ਜਾਣ ਵਾਲੀ, ਨਾਸ ਹੋ ਜਾਣ ਵਾਲੀ। ਕਾਰਨ ਦੇਹੀ ਨਾ ਹੀ ਇਹਦਾ ਤਾਂ ਉਂਝ ਤੇ ਹੈਗਾ, ਇਹਦਾ ਨਾਮ ਕੀ ਆ? ਅਗਿਆਨ ਜਾਂ ਅਵਿਦਿਆ। ਅਵਿਦਿਆ ਗਿਆਨ ਕਰਕੇ ਸੂਖਮ ਤੇ ਸਥੂਲ ਦੇਹੀ ਹੁੰਦੀ ਆ। ਤੇ ਆਪਾਂ ਆਪਣੇ ਜਿਹੜੇ ਕਾਰਨ ਸਰੀਰ ਨੂੰ ਤਿੰਨ ਨਾਮ ਦੇ ਸਕਦੇ ਹਾਂ। ਅਗਿਆਨ ਵੀ ਕਹਿ ਸਕਦੇ ਹਾਂ, ਅਵਿਦਿਆ ਵੀ ਕਹਿ ਸਕਦੇ ਹਾਂ, ਤੇ ਕਾਰਨ ਦੇਹੀ ਵੀ ਕਹਿ ਸਕਦੇ ਹਾਂ। ਕਾਰਨ ਦੇਹੀ ਨਾਮ ਤਾਂ ਤੁਹਾਨੂੰ ਦੱਸ ਦਿੱਤਾ ਕਿਉਂ ਰੱਖਿਆ, ਵੀ ਦੋਵਾਂ ਦੇਹੀਆਂ ਦਾ ਇਹ ਪੈਦਾ ਕਰਨ ਦਾ ਕਾਰਨ ਆ, ਇਸ ਕਰਕੇ ਨਾਮ ਦਾ ਕਾਰਨ ਆ। ਅਗਿਆਨ ਜਿਹੜਾ ਨਾ, ਇਹ ਸੂਖਮ ਤੇ ਸਥੂਲ ਦਾ ਕਾਰਨ ਆ, ਇਹਨਾਂ ਨੂੰ ਪੈਦਾ ਕਰਦਾ, ਤਾਂ ਕਰਕੇ ਇਹਨੂੰ ਕਾਰਨ ਕਹਿ ਦਿੰਦੇ। ਤੇ ਦੇਹ ਨੂੰ ਤਾਂ ਕਹਿੰਦੇ ਕਿਉਂਕਿ ਬ੍ਰਹਮ ਗਿਆਨ ਦੇ ਨਾਲ ਇਹ ਅਗਿਆਨ ਦਾ ਨਾਸ ਹੋ ਜਾਂਦਾ, ਦਾਹ ਹੋ ਜਾਂਦਾ, ਤਾਂ ਕਰਕੇ ਦਾ ਨਾਮ ਦੇਹੀ। ਇਸ ਤਰ੍ਹਾਂ ਸਮਝ ਲੈਣਾ ਜੀ। ਤੇ ਇਹ ਅਗਿਆਨ ਐਡਾ ਮਾੜਾ ਵਾ, ਇਹ ਕਿਹਦੇ ਵਾਂਗੂ? ਕਮਰੇ ਦੇ ਨਾ ਹਨੇਰੀ ਦੀ ਨਿਆਈ। ਕਮਰੇ ਦੇ ਜਿਵੇਂ ਵੇਖੋ, ਚਾਰ ਕੰਧਾਂ, ਛੱਤ ਪਾ ਲਈ, ਦਰਵਾਜ਼ੇ ਲਾ ਲਏ, ਜਾਂ ਸੀਲ ਹੀ ਸਾਰਾ ਕਮਰਾ ਕਰ ਲਿਆ। ਹਾਂਜੀ, ਭਾਵੇਂ ਬਾਹਰ ਸੂਰਜ ਚੜ੍ਹਿਆ, ਪਰ ਉਹ ਕਮਰੇ ਦੀ ਚਾਰ ਕੰਧਾਂ ਕਰ ਲਈਆਂ, ਕੋਈ ਰਾਹ ਨਾ ਛੱਡਿਆ, ਉਹ ਕਮਰਾ ਅੰਦਰ ਹਨੇਰਾ ਹੀ ਹਨੇਰਾ ਹੋ ਜਾਣਾ। ਵੇਖੋ, ਚਾਰ ਦੀਵਾਰਾਂ ਛੱਤ 'ਤੇ ਕਰਕੇ, ਕੋਈ ਸੁਰਾਖ ਨਾ ਰੱਖਿਆ ਕਰਕੇ ਅੰਦਰ ਹਨੇਰਾ ਹੋ ਗਿਆ। ਤੇ ਉਹ ਹਨੇਰਾ ਕਿਹਦੇ ਆਸਰੇ? ਕੰਧਾਂ ਤੇ ਛੱਤ ਦੇ ਆਸਰੇ। ਜੇ ਕੰਧ ਨਾ ਛੱਤ ਨਾ ਹੋਵੇ ਤਾਂ ਚਾਨਣ ਹੋ ਜਾਣਾ। ਉਹ ਹਨੇਰਾ ਆਸਰੇ ਵੀ ਵੇਖੋ ਕਿਹਦੇ? ਕੰਧਾਂ ਦੀ ਛੱਤ ਦੇ। ਤੇ ਉਹ ਕਮਰੇ ਨੂੰ ਹੀ ਜਿਹੜਾ ਵਾ ਉਹਨੇ ਹਨੇਰਾ ਕਰ ਦਿੱਤਾ, ਅੰਦਰ ਘੁੱਪ ਹਨੇਰਾ ਕਰ ਦਿੱਤਾ। ਕਮਰੇ ਦੇ ਕੰਧਾਂ ਛੱਤ ਦਿਖਣੇ ਰਹਿ ਜਾਂਦੀਆਂ। ਵੇਖੋ ਹਨੇਰੇ ਦੀ ਕਲਾ ਕਮਰੇ ਦੇ ਆਸਰੇ, ਤੇ ਕਮਰੇ ਨੂੰ ਹਨੇਰਾ ਆਵਰਨ ਪਰਦਾ ਕਰ ਦਿੰਦਾ। ਇਸੇ ਤਰ੍ਹਾਂ ਜਿਹੜੇ ਅਗਿਆਨ ਆ, ਇਹ ਰਹਿੰਦਾ ਕਿਹਦੇ ਆਸਰੇ? ਬ੍ਰਹਮ ਦੇ ਆਸਰੇ। ਬ੍ਰਹਮ ਦੇ ਆਸਰੇ ਰਹਿੰਦਾ ਨਾ। ਅੰਤਿਸ਼ ਕਾਰਨ ਵਿੱਚ ਪ੍ਰਤੀਬਿੰਬ ਬ੍ਰਹਮ ਰੂਪ ਹੈ। ਹਾਂਜੀ, ਆਤਮਾ ਦੇ ਆਸਰੇ ਅਗਿਆਨ ਆ, ਪਰ ਅਗਿਆਨ ਕੀ ਆ? ਆਤਮਾ ਦੇ ਆਸਰੇ, ਬ੍ਰਹਮ ਦੇ ਆਸਰੇ ਰਹਿ ਕੇ ਅੰਤਿਸ਼ ਕਾਰਨ ਵਿੱਚ ਹਨੇਰਾ ਕਰ ਦਿੰਦਾ, ਪਰਦਾ ਕਰ ਦਿੰਦਾ, ਸਾਨੂੰ ਘੇਰ ਲੈਂਦਾ। ਉਹ ਆਤਮਾ ਦੇ ਆਸਰੇ ਰਹਿਣ ਦੇ। ਕਿੱਦਾਂ? ਬ੍ਰਹਮ ਤੋਂ ਹੀ ਪੈਦਾ ਹੋਇਆ ਨਾ ਅਗਿਆਨ, ਬ੍ਰਹਮ ਤੋਂ ਹੀ ਮਾਇਆ ਪੈਦਾ ਹੋਈ ਆ, ਮਾਇਆ ਕਰਕੇ ਅਗਿਆਨ ਆ। ਤੇ ਉਹ ਵੇਖੋ, ਅਗਿਆਨ ਦਾ ਜ਼ੋਰ ਜ਼ਿਆਦਾ ਵਾ ਤੇ ਪ੍ਰਕਾਸ਼ ਦਾ ਜ਼ੋਰ ਘੱਟ ਆ ਸਾਡੇ 'ਤੇ। ਆਤਮਾ ਦੇ ਉੱਤੇ
अग्यान का पड़दा पिया आ, ब्रह्म कोई दिखता नहीं, आत्मा कोई प्रतीत नहीं होंदी। रोई जाने शरीरां दे चक्कर विच पै के, मेरा मन बड़ा दुखी आ, मेरा तो शरीर बड़ा दुखी आ, मैं तो बड़ा परेशान है। इस तरह वो पड़दा होया करके अग्यान दा ही आत्मा विच आपां दुख सुख धर्म मनी जाने। सो रो विचार अगे आ ही जाना सब कुछ। ये आपां पढ़ लिया। दोहरा वाया की द्वै सगत है। ये सिख ईश्वर की जिहड़ी माया, माया दियां दो शक्तियां मनिया हैं। माया की द्वै सगत, माया दी दो शक्तियां मनिया हैं। किहड़ी आ? विखेपक आवरण, जिन्हां विच एक दा नाम है विखेपक, भाव जिहड़ी मन की चंचलता रहिंदी आ, ये विखेप आ, शक्ति है माया दी। आवरण दूजी का नाम है आवरण, भाव बुद्धि उपर जो अविद्या का अज्ञान का पड़दा पिया आ, ये माया की दूजी शक्ति है। साडी बुद्धि ते पिया ना ज्ञान का पड़दा, वो बुद्धि ते ताई तो निर्मल नहीं। बुद्धि ते जे ज्ञान का पड़दा ना होवे, गुरु नूं गुरु समझिए, आत्मस्वरूप नूं आत्मस्वरूप समझिए, जीवन का मनोरथ समझिए, बुद्धि ते पड़दा पिया ज्ञान का, आ जग मिठा गला के डिठा प्रतीत हो रहा। मन की विखेपक माया की जिहड़ी शक्ति, मन की चंचलता बनी रहिंदी। दरबार विच भी मन चंचल, बाहर अंदर भी मन चंचल, भाव हर वक्त ही मन चंचल ही जिहड़ा वो रहिंदा है। ये मन नूं चैन नहीं है कोई। ये मन चंचला च तराई किने ना पाया। चंचल आ, गुरु की सिक्ख्या नहीं मनदा, और शरीरां की सिक्ख्या जरूर मनदा। दसो दसो किवें करनी। ये माया दी दो शक्तियां दा ही असर आ। एक दे विखेपक मन की चंचलता, आवरण बुद्धि ते जिहड़ा पड़दा पिया ज्ञान दा विद्या दा। चेतन रूप भुलायक है, जिस करके इन्हां दोवां शक्तियां दा इन्ना असर आ। जिहड़ा चेतन स्वरूप ब्रह्म आ, बिंब रूप ब्रह्म, ओनू दे भुला के ढापिओ अंतःकरण। ते इन्हां दोवां शक्तियां ने अंतःकरण नूं ढकिया होया। हुणे दस्सिया ना, अविद्या अज्ञान की आ ब्रह्म दे आसरे रह रहा, ते ब्रह्म नूं ये ढकण डिया। भाव हुण साडे अंदर ब्रह्म कह लो जां आत्मा कह लो, आत्मा परमात्मा एक ही। आत्मा के आसरे ही अंदर अज्ञान आ। अज्ञान की बहुती बौलता ते आत्मा तो किते सानू प्रतीत नहीं ना होंदी। आत्मा तो हरख सोखते रहे निहारो, ना ही मान बमाना। अं मान च भी हाँ, मान च भी हाँ, हरख सोखते भी। क्यों? क्योंकि आत्मा के आसरे जो अज्ञान रह रहा उन्होंने ढकिया होया। ढापिओ अंतःकरण, अंतःकरण नूं ढकिया होया। मन की चंचलता, बुद्धि की चंचलता, बुद्धि ते ज्ञान का पड़दा होया। ना बुद्धि सत असत का निर्णय करती है, ना मन ही ज्ञान अवस्था विच गूढ़ हुंदा भी मन तो जोत स्वरूप है। अपना मूल पछाण, अपना मूल तो पछाणदा नहीं है। इदां कहंदा मैं दुखी हाँ, मैं सुखी हाँ। चेतन रूप भुलायक है। चेतन जो जीव आत्मा है, उहदा जिहड़ा आसरा है चेतन ब्रह्म, ब्रह्म रूप नूं भुला के जो प्रकाश ही प्रकाश है, ते ढापिओ अंतःकरण, अंतःकरण नूं ढकिया होया है। माया की दोनों शक्तियां ने, मन की चंचलता है, बुद्धि दे जिहड़ा पड़दा है अज्ञान दा विद्या दा। सिक्ख्यो वाच दोहरा मूल अविद्या तुम गही। हे गुरुदेव जी, तुसीं आप जी ने सारियां जिहड़ियां उपाधियां दा कारण आ, वो मूल मुढ़ अविद्या ही कही। भाव मेरी जिहड़ा सूक्ष्म शरीर आ, स्थूल शरीर आ, उहदा तुसीं जिहड़ा मुढ़ कारण वो अविद्या अज्ञान नूं कहा है।
ਸਭ ਉਪਾਦ ਕੋ ਦੇਵ, ਸਾਰੀਆਂ ਉਪਾਦੀਆਂ ਦਾ हे ਗੁਰੂਦੇਵ ਜੀ ਇਹ ਤੁਸਾਂ ਨੇ ਕਥਨ ਕੀਤਾ ਹੈ। ਤੁਸਾਂ ਨੇ ਅਵਿਦਿਆ ਅਗਿਆਨ ਨੂੰ ਮੁੱਢ ਸਾਰੀਆਂ ਉਪਾਦੀਆਂ ਦਾ, ਮੇਰੇ ਸਰੀਰਾਂ ਦੀ ਉਪਾਦੀਆਂ ਦਾ ਕਿਹਾ ਹੈ। ਪਰ ਜਿੰਨੇ ਵੀ ਉਪਾਦੀਆਂ ਉਪੱਦਰਾਂ ਦਾ ਕਾਰਨ ਆ ਇਹ ਅਵਿਦਿਆ ਗਿਆਨ ਹੀ ਆ। ਲਿੰਗ ਦੇਹ ਅਰ ਥੂਲ ਕੋ, हे ਗੁਰੂ ਜੀ ਜਿਹੜੀ ਲਿੰਗ ਦੇ ਪਾ ਸੂਖਮ ਦੇ ਆ ਅਤੇ ਅਰ ਸਥੂਲ ਕੋ ਜਿਹੜੀ ਸਥੂਲ ਦੇਹੀ ਆ ਮੋਟੀ ਦੇਹੀ। ਜਾਣਿਓ ਚਾਹਤ ਭੇਵ, ਮੈਂ ਇਹਦਾ ਗੁਰੂ ਜੀ ਭੇਵ ਕਹੀਏ ਭੇਦ ਜਾਣਨਾ ਚਾਹੁੰਦਾ ਹਾਂ। ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਲਿੰਗ ਦੇਹੀ ਤੇ ਸਥੂਲ ਦੇਹੀ ਦਾ ਭੇਦ ਕੀ ਆ? ਇਹ ਕੀ ਦਾ ਲਿੰਕ ਆ? ਕੀ ਹਿਸਾਬ ਕਿਤਾਬ ਹੈ ਦਾ ਮੈਨੂੰ ਦੱਸੋ। ਲਿੰਗ ਦੇਹੀ ਕਿਵੇਂ ਬਣੀ, ਸਥੂਲ ਦੇਹੀ ਕਿਵੇਂ ਬਣੀ? ਸ੍ਰੀ ਗੁਰੂਵਾਚ, ਗੁਰੂ ਜੀ ਸ਼੍ਰੋਮਣੀ ਮੁਖ ਤੋਂ ਬਚਨ ਕਹਿਣ ਲੱਗੇ। ਸਵਈਆ ਨਾਸਕਾ ਨੈਣ ਤੁਚਾ ਰਸਨਾ, ਇਹ ਸਿੱਖ ਸੁਣ। ਨਾਸਕਾ ਜਿਹੜਾ ਨੱਕ ਆ, ਨੈਣ ਨੇਤਰ ਆ, ਤੁਚਾ ਚਮੜੀ ਤੇ ਰਸਨਾ ਹੈ ਜੀਵ ਹੈ। ਮੇਲ ਕਾਨ ਇਹ ਇੰਦਰਿਆ ਗਿਆਨ ਵਖਾਨੋ, ਅਤੇ ਕੰਨ ਮਿਲ ਕਰਕੇ ਜਾਂ ਕੰਨ ਤੇ ਚਵਾਂ ਦੀ ਮਿਲ ਗਈ ਇਕੱਤਰਤਾ ਕਰਕੇ ਇਹ ਪੰਜ ਬਣਦੇ। ਇਹ ਪੰਜਾਂ ਨੂੰ ਤੂੰ ਇੰਦਰੇ ਗਿਆਨ ਇੰਦਰੇ ਵਖਾਨੋ ਕਿਹਾ ਜਾਂਦਾ ਹੈ, ਕਥਨ ਕੀਤੇ ਹੈ। ਮੈਂ ਸੁਣ ਲਾ ਵੀ ਪੰਜ ਗਿਆਨ ਇੰਦਰੇ ਨਾਸਕਾ ਨੈਣ ਤੁਚਾ ਰਸਨਾ ਕਾਨ। ਅੱਗੇ ਵੀ ਦੱਸਣਗੇ ਗਿਆਨ ਕਿਵੇਂ ਹੁੰਦਾ। ਨੱਕ ਨਾਲ ਆਪਾਂ ਸੁਗੰਧੀ ਦੁਰਗੰਧੀ ਜਿਹੜੀ ਮਹਿਸੂਸ ਕਰਦੇ, ਨੇਤਰਾਂ ਨਾਲ ਆਪਾਂ ਰੂਪ ਦੇਖ ਲੈਂਦੇ, ਤੁਚਾ ਨਾਲ ਆਪਾਂ ਠੰਡੇ ਤੱਤ ਦਾ ਗਿਆਨ ਕਰ ਲੈਂਦੇ, ਰਸਨਾ ਨਾਲ ਖੱਟੇ ਮਿੱਠੇ ਕੌੜੇ ਦਾ ਗਿਆਨ ਕਰ ਲੈਂਦੇ ਹਾਂ, ਅਤੇ ਕੰਨਾਂ ਨਾਲ ਸਾਨੂੰ ਜਿਹੜਾ ਕਿਸੇ ਨੇ ਕੀ ਕਿਹਾ, ਮਾੜਾ ਕਿਹਾ, ਚੰਗਾ ਕਿਹਾ, ਗੁਣ ਗਾਏ ਹੈ ਕਿ ਜਾਂ ਮਾੜੀ ਸਾਨੂੰ ਗੱਲ ਕਹੀ, ਗਾਲਾਂ ਕੱਢੀਆਂ, ਇਹ ਸਾਨੂੰ ਗਿਆਨ ਹੋ ਜਾਂਦਾ। ਕੀ ਕਿਸੇ ਨੇ ਕਿਹਾ, ਜਿਨ੍ਹਾਂ ਨਾਲ ਗਿਆਨ ਹੋਏ ਗਿਆਨ ਇੰਦਰੇ ਕਹੇ ਜਾਂਦੇ। ਪੰਜ ਗਿਆਨ ਇੰਦਰੇ ਸਰੀਰ ਦੇ। ਵਾਕ ਪਾਨ ਰੂਪ ਭਾਵ ਉਪਸਥ ਗੁਦਾ। ਵਾਕ ਕਹੀਏ ਵਾਕ ਹੈ ਇੰਦਰਾ, ਜਿਹੜਾ ਜਿੱਥੋਂ ਵਾਕ ਨਿਕਲਦਾ ਹੈ। ਜ਼ੁਬਾਨ ਆ, ਜਿਹੜੀ ਜ਼ੁਬਾਨ 'ਤੇ ਚੀਜ਼ ਰੱਖਦੇ ਆ ਉਹ ਕੀ ਆ? ਉਹ ਤੇ ਰਸ ਹੈ, ਪਤਾ ਲੱਗਦਾ ਰਸ ਕਿਹੜਾ ਜ਼ੁਬਾਨ ਦੇ ਨਾਲ। ਜਿਹੜਾ ਅੰਦਰੋਂ ਇੱਥੇ ਨਾਭੀ 'ਚੋਂ ਸ਼ਬਦ ਪ੍ਰਗਟ ਹੁੰਦਾ, ਹਿਰਦੇ ਰਾਹੀਂ ਕੰਠ ਦੇ ਰਾਹੀਂ ਜ਼ਬਾਨ ਦੇ ਮੁੱਢ ਤੋਂ ਨਿਕਲਦਾ ਨੂੰ ਵਾਕ ਕਿਹਾ ਜਾਂਦਾ। ਵਾਕ ਇੰਦਰਾ, ਪਾਨ ਹੱਥ, ਪਾਵ ਪੈਰ, ਉਪਸਥ ਲਿੰਗ ਜਿਹਦੀ ਆਪਾਂ ਉਪਸਥ ਹੁੰਦਾ। ਇੱਥੇ ਉਪਸਥ ਇਕੱਲਾ ਲਿੰਗ ਨਹੀਂ ਸਮਝ ਲੈਣਾ, ਕਿਉਂਕਿ ਲਿੰਗ ਤੇ ਮਰਦ ਦਾ ਹੁੰਦਾ। ਉਪਸਥ ਦਾ ਅਰਥ ਹੁੰਦਾ ਵਾ ਜਿੱਥੇ ਦੋਵਾਂ ਦਾ ਹੀ ਕਥਨ ਹੋਵੇ, ਮਾਈ ਔਰਤ ਦੇ ਵੀ ਤੇ ਮਰਦ ਦੇ ਵੀ। ਲਿੰਗ ਸਥਾਨ ਜਿੱਥੋਂ ਮੁੱਢ ਹੈ ਮਲ ਮੂਤਰ ਦਾ ਉਹਨੂੰ ਉਪਸਥ ਜਗ੍ਹਾ ਕਿਹਾ ਜਾਂਦਾ। ਉਪਸਥ ਲਿੰਗ ਇਸਤਰੀ ਪੁਰਸ਼ ਦੋਨਾਂ ਤੋਂ ਲੈਣਾ, ਉਪਸਥ ਤਾਂ ਹੀ ਦਾ ਨਾਮ ਰੱਖਿਆ। ਗੋਦਾ ਮੂਲ ਦੁਆਰ, ਜਿੱਥੋਂ ਆਪਾਂ ਮਲ ਤਿਆਗਦੇ, ਲੈਟਰਨ ਆਦਿ ਕਿਰਿਆ ਕਰਦੇ। ਇਹ ਪੰਜ ਹੋ ਗਏ ਇੰਦਰੇ। ਮਿਲ ਪਾਂਚ ਇਹ ਕਰਮ ਪਰਮਾਨੁ, ਇਹ ਪੰਜ ਕਰਮ ਇੰਦਰੇ ਮਿਲ ਕਰਕੇ ਹੋ ਗਏ ਹੈ। ਪਰਮਾਨੁ ਕਹੀਏ ਵਿਸ਼ੇਸ਼ ਕਰਕੇ ਤੂੰ ਮਨ ਨੂੰ ਮੰਨਣਾ ਕਰ ਸਿੱਖ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਪ੍ਰਾਣ ਅਪਾਨ ਵਿਆਨ ਸਮਾਨ, ਪ੍ਰਾਣ ਤੇ ਅਪਾਨ ਵਿਆਨ ਤੇ ਸਮਾਨ। ਉਦਾਨ ਹੈ ਔਰ ਮਨੋ ਬੁੱਧ ਮਨ, ਉਦਾਨ ਹੈ ਪੰਜਵੀਂ ਪੌਣ ਅਤੇ ਮਨੋ ਅਤੇ ਮਨ ਬੁੱਧ ਬੁੱਧੀ ਮਾਨੋ ਮੰਨਣਾ ਕਰ। ਸਮਝ ਆਈ? ਪ੍ਰਾਣ ਇਹ ਹੈ ਪੌਣ ਤੇ ਇੱਕੋ ਹੀ ਆ, ਤੇ ਸਰੀਰ ਵਿੱਚ 10 ਪ੍ਰਕਾਰ ਦੀ ਪੌਣ ਆ। ਇਹ ਯੋਗ ਸ਼ਾਸਤਰ 'ਚ ਲਿਖਿਆ ਹੋਇਆ।
ਪੰਜ ਮੁੱਖ ਆ, ਉਂਝ 49 ਪ੍ਰਕਾਰ ਦੀ ਪੌਣ ਹੈ। ਪਵਨ ਇੱਕ ਹੀ ਆ, ਉਹਦੇ ਵੱਖੋ ਵੱਖਰੀ ਕਿਰਿਆ ਕਰਕੇ ਦੇ ਨਾਮ ਵੱਖੋ ਵੱਖਰੇ ਰੱਖੇ। ਯੋਗ ਮਤ ਦੇ ਵਿੱਚ ਪਤੰਜਲ ਜੀ ਪ੍ਰਾਣ, ਪ੍ਰਾਣ ਜਿਹੜੀ ਆ ਉਹ ਹਿਰਦੇ ਵਿੱਚ ਰਹਿਣ ਵਾਲੀ ਪੌਣ ਹੈ। ਆਪਾਨ ਜਿਹੜੀ ਗੁਦਾ ਸਥਾਨ ਵਾਲੀ ਪੌਣ ਹੈ, ਜਿਹਦੀ ਲੈਟਰਨ ਦੀ ਕਿਰਿਆ ਹੁੰਦੀ ਹੈ। ਤੇ ਵਿਆਨ ਸਾਰੇ ਸਰੀਰ ਵਿੱਚ ਜੋ ਵਿਆਪਕ ਹੈ, ਸਾਰੇ ਸਰੀਰ ਦੇ ਜਿਹੜੇ ਅੰਗ ਪ੍ਰਤੰਗ ਹਿਲਾਉਣ ਦੀ, ਅੰਦਰ ਜੋ ਸਭ ਕਿਰਿਆ ਕਰਨ ਦੀ। ਸਮਾਨ ਇਹ ਨਾਭੀ ਧੁਨੀ ਵਿੱਚ ਆ ਪੌਣ, ਉਦਾਨ ਹੈ। ਇਹ ਜਿਹੜੇ ਸ਼ਬਦ ਕੱਢਣ ਦੀ ਸਾਡੀ ਕਿਰਿਆ ਹੋਣ ਦੀ ਨਾ, ਸਵਾਸ ਜਿਹੜੇ ਅੰਦਰ ਬਾਹਰ ਹੋਣ ਦੇ, ਇਹ ਉਦਾਨ ਹੈ। ਕੰਠ ਵਿਚਲੀ ਪੌਣ ਭਾਵ ਪ੍ਰਾਣ ਅਪਾਨ ਵਿਆਨ ਸਮਾਨ ਉਦਾਨ ਅਤੇ ਮਨ ਅਤੇ ਬੋਧ ਬੁੱਧੀ ਮੰਨਣਾ ਕਰੋ ਭਾਵ ਸਤਾਰ। ਇਹ ਹੋ ਗਏ 7। ਸੂਖਮ ਹੈ ਪਾਂਚੋ ਤਤ ਹੋਵੇ। ਇਹ ਜਿਹੜੇ ਪਾਂਚੋ ਕਹੀਏ ਪੰਜ ਸੂਖਮ ਤਤ ਹੈ, ਉਹਨਾਂ ਤੋਂ ਸੂਖਮ ਹੈ ਪਾਂਚੋ ਤਤ ਹੈ। ਤੈ ਦਾ ਅਰਥ ਕਰਨਾ ਇੱਥੇ ਤੂੰ, ਕਿ ਸੂਖਮ ਜਿਹੜੇ ਪੰਜ ਤਤਾਂ ਤੋਂ ਇਹ 70 ਹੈ। ਤਤ ਕੋ ਸੂਖਮ ਹੈ ਜਾਨੋ, ਤਤਾਂ ਤੋਂ ਹੀ ਇਹ 70 ਹੈ। ਤਾਂ 17 ਤਤਾਂ ਦਾ ਸੂਖਮ ਹੈ ਜਾਨ, ਸੂਖਮ ਸਰੀਰ ਬਣਿਆ ਜਾਨੋ ਕੀ ਜਾਨਣਾ ਕਰ। ਉਹ ਕਿਵੇਂ? ਪੰਜ ਗਿਆਨ ਇੰਦਰੇ ਹੋ ਗਏ ਉੱਪਰ, ਪੰਜ ਕਰਮ ਇੰਦਰੇ, ਪੰਜ ਪ੍ਰਾਣ ਤੇ ਮਨ ਤੇ ਬੁੱਧ। ਇਹ 17 ਤੱਤਾਂ ਦਾ ਇਹ ਜਿਹੜੇ ਪੰਜ ਸੂਖਮ ਤੱਤ ਆ, ਸੂਖਮ ਤੱਤ ਨਾ ਜਿਹੜੇ ਪੰਜ, ਉਹਨਾਂ ਤੋਂ ਇਹ ਸੂਖਮ ਤੱਤਾਂ ਤੋਂ ਹੀ 17 ਤੱਤ ਬਣੇ ਹੋਏ ਆ। ਤੇ ਉਹਦੀ ਸੂਖਮ ਦੇ ਜੀਵ ਦੀ ਤੂੰ ਜਾਣ ਲੈਣਾ ਕਰ। ਸਿੱਖਿਓ ਆਜ ਦੋਹਰਾ ਪਾਂਚ ਤੱਤਵ ਸੂਖਮਨ ਤੇ ਸੂਖਿਆ, ਕਿਉਂਕਿ ਯਈਆ ਪਾਉਣਾ ਪਿਆ ਕੱਖੇ ਨੂੰ ਸਿਹਾਰੀ ਚਲ ਜਾਣਾ। ਸੂਖਿਆ ਮਨ ਪੰਜ ਤੱਤਵ ਹੈ ਸੂਖਿਆ ਮਨ ਤੇ। ਹੇ ਗੁਰੂ ਜੀ, ਜਿਹੜੇ ਪੰਜ ਸੂਖਮ ਤੱਤ ਆ, ਉਹਨਾਂ ਪੰਜ ਸੂਖਮ ਤੱਤਾਂ ਤੋਂ 17 ਕਿਉਂ ਕਰ ਕੀਨ। ਇਹ ਜਿਹੜੇ 17 ਸੂਖਮ ਤੱਤ ਆ, ਉਹ ਕਿਸ ਪ੍ਰਕਾਰ ਕਰਕੇ ਕੀਤੇ? ਪੰਜ ਤੱਤ ਸੀ, ਸੂਖਮ ਪੰਜ ਤੱਤ ਸੀ, ਉਹਨਾਂ ਤੋਂ 17 ਤੱਤ ਕਿਵੇਂ ਕਰਕੇ ਕਥਨ ਕੀਤੇ ਆਪ ਜੀ ਨੇ? ਕਹੀਏ ਮੋਹ ਸੋ ਕਿਰਪਾ ਕਰ, ਮੇਰੇ ਤੇ ਬੜੀ ਭਾਰੀ ਕਿਰਪਾ ਕਰਕੇ ਗੁਰੂ ਜੀ ਮੈਨੂੰ ਕਹੀਏ ਦੱਸਣਾ ਕਰੋ। ਕਾਂ ਸੋ ਕੌਣ ਪਰਬੀਨ, ਇਹ ਪਰਬੀਨ ਸਿਆਣੇ ਸੂਝਵਾਨ ਸਤਿਗੁਰੂ ਗੁਰਦੇਵ, ਤੁਸੀਂ ਮੇਰੇ ਤਾਈਂ ਕਿਰਪਾ ਕਰਕੇ ਦੱਸਣਾ ਕਰੋ ਕਿਹੜੇ ਸੂਖਮ ਕਾਂ ਸੋ ਭਾਵ ਕਿਸ ਨਾਲੋਂ ਜਾਂ ਕਾਂਸ ਕਿਹੜੇ ਵਿੱਚੋਂ ਜਿਹੜੇ ਸੂਖਮ ਤੱਤ ਆ, ਤੇ ਸੂਖਮ ਤੱਤਾਂ ਕਿਹੜਾ ਤੱਤ ਹੋਇਆ? ਕਾਂਸੋ ਕੌਣ ਪਰਬੀਨ। ਇਹ ਗੁਰੂ ਪ੍ਰਵੀਨ ਜੀ, ਕਾਂਸੋਂ ਕਹੀਏ ਕਿਸ ਤੱਤ ਵਿੱਚੋਂ, ਕੌਣ ਕਹੀਏ ਕਿਹੜਾ ਤੱਤ ਹੋਇਆ? ਇਹ ਜਿਹੜੇ ਪੰਜ ਤੱਤ ਆ ਨਾ, ਤੁਸੀਂ 17 ਕਥਨ ਕਰ ਦਿੱਤੇ ਆ, ਉਹ ਸੂਖਮ ਪੰਜ ਤੱਤਾਂ ਵਿੱਚੋਂ ਕਿਹੜੇ ਜਿਹੜੇ 17 ਤੱਤ ਕਿਹੜੇ ਕਿਹੜੇ ਵਿੱਚੋਂ ਕਿਹੜਾ ਨਿਕਲਿਆ, ਕਿਹੜੀ ਅਸ ਵਿੱਚੋਂ ਕਿਹੜਾ ਹੋਇਆ ਹੈ? ਇਹ ਆਪ ਜੀ ਖੋਲ ਕਰਕੇ ਮੈਨੂੰ ਦੱਸਣਾ ਕਰੋ ਜੀ। ਫਿਰ ਜਦੋਂ ਸਿੱਖ ਨੇ ਮੈਂ ਬੇਨਤੀ ਕੀਤੀ ਹੈ, ਅੱਗੇ ਗੁਰੂ ਜੀ ਕਥਨ ਕਰਨਗੇ, ਉਹ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ, ਕਿਉਂਕਿ ਇੱਕ ਵਿਸ਼ਾ ਜਿਹਾ ਹੀ ਹੋ ਜਾਂਦਾ। ਅੱਗੇ ਦੱਸਣਗੇ ਵੀ ਸਿੱਖ ਸੁਣ, ਕਿਹੜਾ ਕਰਮ ਇੰਦਰਾ, ਕਿਹੜਾ ਗਿਆਨ ਇੰਦਰਾ, ਕਿਹੜੇ ਸੂਖਮ ਤੱਤ ਤੋਂ ਬਣਿਆ ਹੋਇਆ ਵਾ, ਉਹ ਤੂੰ ਸੁਣ ਲਾ ਧਿਆਨ ਦੇ ਕੇ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰੀਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਪਾਂਚ ਤੱਤਵ ਸੂਖਮਿਆਨ ਤੋਏ 17 ਹੈ ਕਿਉਂ ਕਰ ਕੀਨ, ਕਹੀਏ ਮੋਹ ਸੋ ਕਿਰਪਾ ਕਰ, ਕਾਂਸੋਂ ਕੌਣ ਪਰਬੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।